ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਪੰਜਾਬੀ ਨਿਊਜ਼ ਜੰਕਸ਼ਨ ਦੇ। ਅਸੀਂ ਤੁਹਾਡੇ ਲਈ 12 ਜੂਨ ਦੀਆਂ ਹੁਣ ਤੱਕ ਦੀਆਂ ਤਾਜ਼ੀਆਂ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਦਿੱਲੀ 'ਚ ਨਹੀਂ ਵਧੇਗਾ ਲੋਕਡਾਊਨ, ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਤਾ ਵੱਡਾ ਬਿਆਨ। ਜਾਣੋ ਕੋਰੋਨਾ ਸੰਕਟ ਦੇ ਵਿਚਕਾਰ RBI ਨੇ ਇਸ ਬੈਂਕ ਤੇ ਕੀਤੀ ਸਖਤ ਕਾਰਵਾਈ। ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਕਰੋਨਾ ਪ੍ਰਭਾਵਿਤ ਦੇਸ਼ ਬਣਿਆ ਭਾਰਤ। ਮੋਬਾਈਲ ਫੋਨ ਬਣਾਉਣ 'ਚ ਚੀਨ ਨੂੰ ਪਿੱਛੇ ਛੱਡ ਦੇਵੇਗਾ ਭਾਰਤ। ਸਾਲ 2025 ਤੱਕ ਐਕਸਪੋਰਟ ਹੋਵੇਗਾ $100 ਬਿਲੀਅਨ। ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ 9 ਜੁਲਾਈ ਤੱਕ ਹਿਰਾਸਤ 'ਚ ਭੇਜਿਆ। ਰਿਸ਼ਤਿਆਂ 'ਚ ਤਣਾਅ, ਭਾਰਤ ਚੀਨ ਵਪਾਰ ਵਿੱਚ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ। ਭਾਰਤੀ ਪੇਸ਼ੇਵਰਾਂ ਨੂੰ ਲੱਗੇਗਾ ਵੱਡਾ ਝਟਕਾ। ਟਰੰਪ H1B1 ਵੀਜ਼ਾ ਸਸਪੈਂਡ ਕਰਨ ਬਾਰੇ ਕਰ ਰਹੇ ਵਿਚਾਰ। ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੂੰ ਕੌਮਾਂਤਰੀ ਪੁਰਸਕਾਰ। ਕਾਮਿਆਂ ਨੂੰ ਪੂਰੀ ਤਨਖਾਹ ਨਾ ਦੇਣ ਵਾਲਿਆਂ ਖਿਲਾਫ ਕਾਰਵਾਈ ਤੇ ਰੋਕ। ਪਿਤਾ ਦੀ ਮੌਤ ਦੇ 8 ਸਾਲ ਬਾਅਦ ਤੱਕ ਪੁੱਤਰ ਨੇ ਲਈ 92 ਲੱਖ ਪੈਨਸ਼ਨ। 900 ਸਾਲ ਬਾਅਦ ਦਿਸੇਗਾ ਦੁਰਲਭ ਸੂਰਜ ਗ੍ਰਹਿਣ। ਕੁੰਡਲੀਦਾਰ ਗ੍ਰਹਿਣ ਦੀ ਸਥਿਤੀ 30 ਸੈਕਿੰਡ ਤੱਕ ਰਹੇਗੀ। ਹੁਣ ਟਿਕਟੌਕ ਦੀ ਟੱਕਰ 'ਚ ਆਇਆ ਬੋਲੋ ਇੰਡੀਆ, 1 ਲੱਖ ਤੋਂ ਜ਼ਿਆਦਾ ਹੋਏ ਡਾਊਨਲੋਡ। ਖਬਰਾਂ ਨੂੰ ਵਿਸਤਾਰ ਨਾਲ ਦੇਖਦੇ ਹਾਂ ਜੀ। ਕੋਰੋਨਾ ਵਾਇਰਸ ਸੰਕਰਮਣ ਦੇ ਲਗਾਤਾਰ ਵਾਧੇ ਮਾਮਲਿਆਂ ਦੇ ਚੱਲਦਿਆਂ ਰਾਜਧਾਨੀ 'ਚ ਲੋਕਡਾਊਨ ਵਧਾਉਣ ਦੀ ਚਰਚਾ ਵਿਚਕਾਰ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਸ਼ੁੱਕਰਵਾਰ ਨੂੰ ਸਮਾਚਾਰ ਏਜੰਸੀ ANI ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਦਿੱਲੀ 'ਚ ਲੋਕਡਾਊਨ ਨਹੀਂ ਵਧਾਇਆ ਜਾਵੇਗਾ। ਸ਼ੁੱਕਰਵਾਰ ਨੂੰ ਡਿਜੀਟਲ ਪ੍ਰੈਸ ਗੱਲਬਾਤ ਦੌਰਾਨ ਸਿਹਤ ਮੰਤਰੀ ਸਤਿੰਦਰ ਜੈਨ ਤੋਂ ਜਦੋਂ ਪੁੱਛਿਆ ਗਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਲੋਕਡਾਊਨ ਦਾ ਵਿਸਥਾਰ ਕਰਨ 'ਤੇ ਚਰਚਾ ਹੋਈ ਹੈ, ਇਸ 'ਤੇ ਉਹਨਾਂ ਕਿਹਾ ਕਿ ਦਿੱਲੀ 'ਚ ਲੋਕਡਾਊਨ ਨਹੀਂ ਵਧਾਇਆ ਜਾਵੇਗਾ। ਇਸ ਬਿਆਨ ਤੋਂ ਬਾਅਦ ਇਸ 'ਤੇ ਵਿਰਾਮ ਲਗਾ ਦਿੱਤਾ ਗਿਆ ਕਿ ਦਿੱਲੀ 'ਚ ਲੋਕਡਾਊਨ ਵਧਾਉਣ ਦੀ ਦਿੱਲੀ ਸਰਕਾਰ ਦੀ ਕੋਈ ਯੋਜਨਾ ਹੈ। ਅਗਲੀ ਖਬਰ ਵੱਲ ਵਧਦੇ ਹਾਂ ਜੀ। ਰਿਜ਼ਰਵ ਬੈਂਕ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪੀਪਲਜ਼ ਕੋਆਪਰੇਟਿਵ ਬੈਂਕ ਦੀ ਕਮਜ਼ੋਰ ਵਿੱਤੀ ਸਥਿਤੀ ਦੇ ਮੱਦੇਨਜ਼ਰ 6 ਮਹੀਨਿਆਂ ਲਈ ਨਵੇਂ ਕਰਜ਼ੇ ਅਤੇ ਜਮ੍ਹਾਂ ਰਾਸ਼ੀ ਨੂੰ ਸਵੀਕਾਰ ਕਰਨ ਨੂੰ ਰੋਕ ਦਿੱਤਾ ਹੈ। RBI ਨੇ 11 ਜੂਨ ਨੂੰ ਇਸ ਦੀ ਜਾਣਕਾਰੀ ਦਿੱਤੀ। ਖਾਤਾ ਧਾਰਕ ਆਪਣੇ ਪੈਸੇ ਨਹੀਂ ਕਢਵਾ ਸਕਣਗੇ। RBI ਨੇ ਕਿਹਾ ਕਿ ਕਿਸੇ ਵੀ ਜਮ੍ਹਾਂਕਰਤਾ ਨੂੰ ਪੀਪਲਜ਼ ਸਹਿਕਾਰੀ ਬੈਂਕ ਤੋਂ ਫੰਡ ਕਢਵਾਉਣ ਦੀ ਸਹੂਲਤ ਵੀ ਨਹੀਂ ਮਿਲੇਗੀ। ਪੀਪਲਜ਼ ਕੋਆਪਰੇਟਿਵ ਬੈਂਕ ਤੇ ਲੱਗੀ ਇਹ ਰੋਕ RBI ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 10 ਜੂਨ 2020 ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਬੈਂਕ ਰਿਜ਼ਰਵ ਬੈਂਕ ਦੀ ਲਿਖਤੀ ਆਗਿਆ ਤੋਂ ਬਿਨਾਂ ਕੋਈ ਨਵਾਂ ਲੋਨ ਨਹੀਂ ਦੇ ਸਕੇਗਾ ਜਾਂ ਪੁਰਾਣੇ ਬਕਾਏ ਨਵੀਨੀਕਰਨ ਦੇ ਯੋਗ ਨਹੀਂ ਹੋਣਗੇ। ਇਸ ਤੋਂ ਇਲਾਵਾ ਬੈਂਕ ਕੋਈ ਨਵਾਂ ਨਿਵੇਸ਼ ਨਹੀਂ ਕਰ ਸਕੇਗਾ ਤੇ ਨਾ ਹੀ ਇਸ ਦੀ ਨਵੀਂ ਜਮ੍ਹਾਂ ਰਾਸ਼ੀ ਸਵੀਕਾਰ ਕਰੇਗਾ। ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਬੀਤੇ 24 ਘੰਟੇ 'ਚ ਦੇਸ਼ ਵਿੱਚ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਨਫੈਕਟਡ ਲੋਕਾਂ ਦਾ ਕੁੱਲ ਅੰਕੜਾ 2,97,000 ਨੂੰ ਪਾਰ ਕਰ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੁੱਲ 2,97,535 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਮੌਤਾਂ ਦਾ ਅੰਕੜਾ ਵੀ ਵੱਧ ਕੇ 8,498 ਤੱਕ ਜਾ ਪੁੱਜਾ ਹੈ। 2,96,000 ਮਾਮਲਿਆਂ ਦੇ ਨਾਲ ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ 'ਚ ਬ੍ਰਿਟੇਨ ਨੂੰ ਪਿੱਛੇ ਛੱਡ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 10,956 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿੱਚ 396 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ। ਭਾਰਤ 'ਚ ਇਸ ਸਮੇਂ ਮੇਡ ਇਨ ਚਾਈਨਾ ਦਾ ਬੋਲਬਾਲਾ ਸੀ, ਪਰ ਹੁਣ ਹਾਲਾਤ ਬਦਲ ਰਹੇ ਹਨ ਅਤੇ ਦੁਨੀਆ ਭਰ 'ਚ ਤੇਜ਼ੀ ਨਾਲ ਮੇਡ ਇਨ ਇੰਡੀਆ ਸਮਾਰਟਫੋਨ ਪਹੁੰਚ ਰਹੇ ਹਨ। ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕ ਐਸੋਸੀਏਸ਼ਨ ਦੀ ਰਿਪੋਰਟ ਦੀ ਮੰਨੀਏ ਤਾਂ ਸਾਲ 2025 ਤੱਕ ਮੇਡ ਇਨ ਇੰਡੀਆ ਮੋਬਾਈਲ ਦਾ ਐਕਸਪੋਰਟ $100 ਬਿਲੀਅਨ ਦਾ ਹੋ ਸਕਦਾ ਹੈ, ਜਦਕਿ ਮੋਬਾਈਲ ਪਾਰਟਸ ਦਾ ਐਕਸਪੋਰਟ ਕਰੀਬ $40 ਬਿਲੀਅਨ ਰਹਿਣ ਦਾ ਅਨੁਮਾਨ ਹੈ। ਇੰਡੀਆ ਟੂਡੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲੇ ਤੱਕ ਭਾਰਤ ਦਾ ਮੋਬਾਈਲ ਐਕਸਪੋਰਟ ਹਮੇਸ਼ਾ ਇੰਪੋਰਟ ਤੋਂ ਘੱਟ ਰਹਿੰਦਾ ਹੈ, ਪਰ ਵਿੱਤੀ ਸਾਲ 2019-20 'ਚ ਭਾਰਤ ਨੇ 41.5 ਮਿਲੀਅਨ ਫੋਨ ਦਾ ਐਕਸਪੋਰਟ ਕੀਤਾ, ਜਦਕਿ ਇੰਪੋਰਟ ਸਿਰਫ 5.6 ਮਿਲੀਅਨ ਸਮਾਰਟਫੋਨ ਦਾ ਹੀ ਕੀਤਾ। ਅਜਿਹੇ 'ਚ ਸਾਲ 2020 'ਚ ਪਹਿਲੀ ਵਾਰ ਅਜਿਹਾ ਮੌਕਾ ਆਇਆ ਜਦੋਂ ਭਾਰਤ ਦਾ ਮੋਬਾਈਲ ਫੋਨ ਐਕਸਪੋਰਟ ਉਸ ਦੀ ਦਰਾਮਦ ਤੋਂ ਜ਼ਿਆਦਾ ਰਿਹਾ ਹੈ। ਭਾਰਤੀ ਮੋਬਾਈਲ ਇੰਡਸਟਰੀ ਲਈ ਇੱਕ ਰਿਕਾਰਡ ਰਿਹਾ ਹੈ। ICEO ਦੇ ਡਾਟਾ ਅਨੁਸਾਰ ਸਾਲ 2014 ਤੱਕ ਭਾਰਤ 'ਚ ਸਿਰਫ 2 ਮੈਨੂਫੈਕਚਰਿੰਗ ਯੂਨਿਟ ਸੀ, ਜਿਸ ਦੀ ਸੰਖਿਆ ਸਾਲ 2018 'ਚ 268 ਹੋ ਗਈ ਹੈ। ਅਜਿਹੇ 'ਚ ਇਹ ਟ੍ਰੈਂਡ ਦਿਖਾਉਂਦੇ ਹਨ ਕਿ ਭਾਰਤ ਤੇਜ਼ੀ ਨਾਲ ਮੋਬਾਈਲ ਮੈਨੂਫੈਕਚਰਿੰਗ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ।
ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ 'ਚ ਮੁਲਜ਼ਮ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ 9 ਜੁਲਾਈ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ। ਪਿਛਲੇ ਸਾਲ ਮਾਰਚ 'ਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹ ਦੱਖਣੀ ਪੱਛਮੀ ਲੰਡਨ ਦੀ ਵੈਟਸਵਰਥ ਜੇਲ੍ਹ 'ਚ ਬੰਦ ਹੈ। ਭਾਰਤ ਨੇ ਬ੍ਰਿਟੇਨ ਤੋਂ 49 ਸਾਲਾ ਜਿਊਲਰ ਦੀ ਹਵਾਲਗੀ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਜੱਜ ਸੈਮੂਅਲ ਨੇ ਨੀਰਵ ਨੂੰ ਕਿਹਾ ਕਿ ਤੁਹਾਡੀ ਹਵਾਲਗੀ ਸੰਬੰਧੀ ਅਗਲੇ ਪੜਾਅ ਦੀ ਸੁਣਵਾਈ 7 ਸਤੰਬਰ ਨੂੰ ਹੋਵੇਗੀ। ਨੀਰਵ ਨੂੰ ਸਿਰਫ ਨਾਂ ਤੇ ਰਾਸ਼ਟਰੀਅਤਾ ਯਕੀਨੀ ਬਣਾਉਣ ਲਈ ਬੋਲਣ ਦਾ ਮੌਕਾ ਦਿੱਤਾ ਗਿਆ। ਪਿਛਲੇ ਮਹੀਨੇ ਜੱਜ ਨੇ ਹਵਾਲਗੀ ਦੀ ਸੁਣਵਾਈ ਦੇ ਪਹਿਲੇ ਹਿੱਸੇ ਦੀ ਨੁਮਾਇੰਦਗੀ ਕੀਤੀ ਸੀ। 7 ਸਤੰਬਰ ਨੂੰ ਸੁਣਵਾਈ ਦਾ ਦੂਸਰਾ ਹਿੱਸਾ ਨਿਰਧਾਰਤ ਕੀਤਾ ਗਿਆ ਹੈ। ਇਹ ਸੁਣਵਾਈ 5 ਦਿਨਾਂ ਤੱਕ ਚੱਲੇਗੀ। ਕਾਰੋਬਾਰੀਆਂ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 14,000 ਕਰੋੜ ਦਾ ਘੁਟਾਲਾ ਕੀਤਾ ਹੈ। ਘੁਟਾਲੇ ਤੋਂ ਬਾਅਦ ਦੋਵਾਂ ਕਾਰੋਬਾਰੀ ਭਾਰਤ ਤੋਂ ਭੱਜ ਗਏ ਹਨ। ਨੀਰਵ ਮੋਦੀ ਨੂੰ ਮਾਰਚ 2019 ਚ ਲੰਡਨ 'ਚ ਬ੍ਰਿਟਿਸ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਵੇਲੇ ਉਹ ਉੱਥੇ ਦੀ ਜੇਲ੍ਹ ਵਿੱਚ ਬੰਦ ਹੈ। ਭਾਰਤ ਚੀਨ ਵਿੱਚ ਵੱਧ ਰਹੇ ਤਣਾਅ ਤੇ ਬਦਲਦੇ ਆਰਥਿਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ਤੇ ਵੀ ਹੋਇਆ ਹੈ। ਵਿੱਤੀ ਸਾਲ 2019-20 ਵਿੱਚ ਭਾਰਤ ਦਾ ਮੁੱਖ ਭੂਮੀ ਚੀਨ ਅਤੇ ਹਾਂਗਕਾਂਗ ਦੇ ਨਾਲ ਵਪਾਰ 7% ਡਿੱਗ ਕੇ $109.76 ਰਹਿ ਗਿਆ ਹੈ। ਇਹ ਪਿਛਲੇ 7 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿੱਚ ਭਾਰਤ ਚੀਨ ਦੇ ਵਪਾਰ ਵਿੱਚ 10.5% ਦੀ ਵੱਡੀ ਗਿਰਾਵਟ ਦੇਖੀ ਗਈ ਸੀ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2018-19 ਵਿੱਚ ਭਾਰਤ ਚੀਨ ਵਪਾਰ 3.2% ਦਾ ਵਾਧਾ ਦੇਖਿਆ ਗਿਆ ਸੀ, ਯਾਨੀ ਕਿ ਇੱਕ ਸਾਲ ਦੇ ਵਿਚਕਾਰ ਹੀ ਇਹ ਵਪਾਰ ਬਿਲਕੁਲ ਪਲਟ ਗਿਆ ਹੈ। ਇਹੀ ਨਹੀਂ, ਵਿੱਤੀ ਸਾਲ 2017-18 ਵਿੱਚ ਭਾਰਤ ਚੀਨ ਦੇ ਵਪਾਰ ਵਿੱਚ 22% ਦਾ ਜ਼ਬਰਦਸਤ ਉਛਾਲ ਦੇਖਿਆ ਗਿਆ ਸੀ। ਇਸ ਤੋਂ ਇਹ ਸੰਕੇਤ ਮਿਲਦਾ ਸੀ ਕਿ ਪਿਛਲੇ 1 ਸਾਲ ਵਿੱਚ ਦੇਸ਼ ਵਿੱਚ ਜਿਸ ਤਰ੍ਹਾਂ ਨਾਲ ਚੀਨ ਵਿਰੋਧੀ ਭਾਵਨਾ ਵਧੀ ਹੈ, ਉਸ ਦਾ ਅਸਰ ਵਪਾਰ ਤੇ ਵੀ ਹੋਇਆ ਹੈ। ਚੀਨ ਦੀ ਮੁੱਖ ਭੂਮੀ ਦੇ ਨਾਲ ਕਾਫੀ ਵਪਾਰ ਹਾਂਗਕਾਂਗ ਦੇ ਰਾਹੀਂ ਹੁੰਦਾ ਹੈ। ਭਾਰਤੀ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੂੰ ਖੇਤੀਬਾੜੀ ਦੇ ਨੋਬਲ ਪੁਰਸਕਾਰ ਦੇ ਬਰਾਬਰ ਸਮਝੇ ਜਾਣ ਵਾਲੇ ਵਿਸ਼ਵ ਭੋਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਛੋਟੇ ਕਿਸਾਨਾਂ ਨੂੰ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰਕੇ ਵਿਸ਼ਵ ਵਿਆਪੀ ਭੋਜਨ ਸਪਲਾਈ ਵਧਾਉਣ ਵਿੱਚ ਯੋਗਦਾਨ ਪਾਉਣ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਅੱਜ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਲਾਗੂ ਕੀਤੀ ਤਾਲਾਬੰਦੀ ਦੌਰਾਨ ਨਿੱਜੀ ਅਦਾਰਿਆਂ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਅਦਾ ਨਹੀਂ ਕੀਤੀ, ਉਹਨਾਂ ਵਿਰੁੱਧ ਜੁਲਾਈ ਦੇ ਆਖਰੀ ਹਫ਼ਤੇ ਤੱਕ ਕੋਈ ਵੀ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ M.R. ਸ਼ਾਹ ਦੇ ਬੈਂਚ ਨੇ ਕਿਹਾ ਕਿ ਉਦਯੋਗਾਂ ਅਤੇ ਕਾਮਿਆਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਇਕੱਠੇ ਬੈਠ ਕੇ ਮਿਹਨਤਾਨੇ ਦੀ ਅਦਾਇਗੀ ਦੇ ਮਸਲੇ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨਿੱਜੀ ਅਦਾਰਿਆਂ ਦੀ ਪਟੀਸ਼ਨ ਤੇ ਆਪਣਾ ਆਦੇਸ਼ ਦਿੰਦਿਆਂ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਰਿਪੋਰਟ ਸੰਬੰਧਿਤ ਕਿਰਤ ਕਮਿਸ਼ਨ ਨੂੰ ਸੌਂਪਣ। ਇਸ ਦੌਰਾਨ ਕੇਂਦਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ 29 ਮਾਰਚ ਨੂੰ ਗ੍ਰਹਿ ਮੰਤਰਾਲੇ ਦੇ ਸਰਕੂਲਰ ਦੀ ਵੈਧਤਾ ਬਾਰੇ 4 ਹਫ਼ਤਿਆਂ ਦੇ ਅੰਦਰ ਦਾਇਰ ਕਰੇ। ਅਗਲੀ ਖਬਰ ਵੱਲ ਵਧਦੇ ਹਾਂ ਜੀ। ਪਿਤਾ ਦੀ ਮੌਤ ਦੇ 8 ਸਾਲ ਬਾਅਦ ਤੱਕ ਇੱਕ ਪੁੱਤਰ ਪਿਓ ਦੇ ਨਾਂ ਤੇ ਸਰਕਾਰ ਤੋਂ ਪੈਨਸ਼ਨ ਲੈਂਦਾ ਰਿਹਾ ਤੇ ਅਧਿਕਾਰੀਆਂ ਨੂੰ ਭਣਕ ਤੱਕ ਨਹੀਂ ਲੱਗੀ। ਜਦੋਂ ਤੱਕ ਅਧਿਕਾਰੀਆਂ ਨੂੰ ਫਰਜ਼ੀਵਾੜੇ ਦਾ ਪਤਾ ਚੱਲਿਆ, ਉਦੋਂ ਤੱਕ ਮੁਲਜ਼ਮ ਸਰਕਾਰ ਨੂੰ ਕਰੀਬ 92,61,000 ਰੁਪਏ ਦਾ ਚੂਨਾ ਲਗਾ ਚੁੱਕਾ ਸੀ। ਪੂਰੇ ਮਾਮਲੇ 'ਚ ਟ੍ਰੇਜ਼ਰੀ ਅਫਸਰ ਰਾਜਵੀਰ ਸਿੰਘ ਦੀ ਸ਼ਿਕਾਇਤ ਤੇ ਸਿਵਲ ਲਾਈਨ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟ੍ਰੇਜ਼ਰੀ ਅਫਸਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸੇਵਾ ਮੁਕਤ ਮੁਲਾਜ਼ਮ AC ਬਹੇਰੀਆ ਦੀ ਮੌਤ ਤੋਂ ਬਾਅਦ ਵੀ ਉਹਨਾਂ ਦਾ ਪੁੱਤਰ ਨਰੇਸ਼ ਕੁਮਾਰ 8 ਸਾਲ ਤੱਕ ਫਰਜ਼ੀਵਾੜਾ ਕਰਦਾ ਹੋਇਆ ਪੈਨਸ਼ਨ ਲੈਂਦਾ ਰਿਹਾ। ਇਸ ਦੌਰਾਨ ਮੁਲਜ਼ਮ ਨੇ 2 ਵਾਰ ਆਪਣੇ ਪਿਤਾ ਦਾ ਫਰਜ਼ੀ ਲਿਵਿੰਗ ਸਰਟੀਫਿਕੇਟ ਟ੍ਰੇਜ਼ਰੀ ਦਫ਼ਤਰ ਤੇ ਬੈਂਕ 'ਚ ਵੀ ਪੇਸ਼ ਕੀਤਾ। ਇਸ ਵਾਰ 21 ਜੂਨ ਨੂੰ ਲੱਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵੱਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿਖੇਗਾ। ਇਸ ਗ੍ਰਹਿਣ ਦੌਰਾਨ ਕੁੰਡਲੀਦਾਰ ਸਥਿਤੀ ਦੀ ਮਿਆਦ 30 ਸਕਿੰਟ ਤੱਕ ਹੀ ਰਹਿਣ ਕਾਰਨ ਸੌਰ ਵਿਗਿਆਨੀ ਇਸ ਨੂੰ ਦੁਰਲੱਭ ਸੂਰਜ ਗ੍ਰਹਿਣ ਮੰਨ ਰਹੇ ਹਨ। ਉਦੋਂ ਸੂਰਜ ਇੱਕ ਛੱਲੇ ਦੀ ਤਰ੍ਹਾਂ ਨਜ਼ਰ ਆਵੇਗਾ। ਆਰੀਆ ਭੱਟ ਵਿਗਿਆਨ ਖੋਜ ਸੰਸਥਾਨ ਦੇ ਸੀਨੀਅਰ ਸੌਰ ਵਿਗਿਆਨੀ ਨੇ ਸਾਬਕਾ ਡਾਇਰੈਕਟਰ ਡਾਕਟਰ ਵਹਾਬੂਦੀਨ ਨੇ ਦੱਸਿਆ ਕਿ 21 ਜੂਨ ਨੂੰ ਗ੍ਰਹਿਣ ਸਵੇਰੇ 9:16 ਤੇ ਲੱਗਣਾ ਸ਼ੁਰੂ ਹੋਵੇਗਾ ਤੇ 12:10 ਤੱਕ ਪੂਰਨ ਤੌਰ ਤੇ ਕੁੰਡਲੀਦਾਰ ਦਿਖਾਈ ਦੇਵੇਗਾ। ਇਸ ਵਾਰ ਦੇ ਸੂਰਜ ਗ੍ਰਹਿਣ 'ਚ ਜੋ ਸਥਿਤੀ ਬਣ ਜਾ ਰਹੀ ਹੈ, ਉਸਨੇ ਹੀ ਇਸ ਨੂੰ ਦੁਰਲੱਭ ਗ੍ਰਹਿਣਾਂ 'ਚ ਸ਼ੁਮਾਰ ਕੀਤਾ ਹੈ। ਚੰਦਰਮਾ ਕਰੀਬ 30 ਸਕਿੰਟ ਲਈ ਹੀ ਸੂਰਜ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਸਕੇਗਾ। ਇਸ ਦੌਰਾਨ ਸੂਰਜ ਦਾ ਆਖਰੀ ਹਿੱਸਾ ਇੱਕ ਰਿੰਗ ਵਾਂਗ ਨਜ਼ਰ ਆਵੇਗਾ। 30 ਸਕਿੰਟ ਬਾਅਦ ਗ੍ਰਹਿਣ ਖਤਮ ਹੋਣਾ ਸ਼ੁਰੂ ਹੋ ਜਾਵੇਗਾ। ਚੀਨੀ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ਟਿਕਟੌਕ ਦੀ ਟੱਕਰ 'ਚ ਹੁਣ ਮੇਡ ਇਨ ਇੰਡੀਆ ਐਪ ਬੋਲੋ ਇੰਡੀਆ ਐਪ ਆ ਗਿਆ ਹੈ। ਇਸ ਐਪ ਤੇ ਡੇਲੀ ਡਾਊਨਲੋਡ 'ਚ 3 ਗੁਣਾ ਦਾ ਇਜ਼ਾਫਾ ਦੇਖਿਆ ਜਾ ਰਿਹਾ ਹੈ। ਬੋਲੋ ਇੰਡੀਆ ਐਪ ਨੇ ਹੁਣ ਤੱਕ ਕਰੀਬ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਗਏ ਹਨ। ਦੱਸ ਦਈਏ ਕਿ ਪਿਛਲੇ 12 ਮਹੀਨਿਆਂ ਤੋਂ ਇਸ ਪਲੇਟਫਾਰਮ ਦੇ ਸਬਸਕ੍ਰਾਈਬਰ ਦੀ ਗਿਣਤੀ ਵਧੀ ਹੈ। ਕੰਪਨੀ ਨੇ ਦੱਸਿਆ ਕਿ ਉਸ ਦੇ ਕੋਲ ਭਾਰਤ ਦੇ 220 ਸ਼ਹਿਰਾਂ ਦੇ ਕਰੀਬ
4,85,000 ਯੂਜ਼ਰਸ ਹਨ। ਕੰਪਨੀ ਦਾ ਦਾਅਵਾ ਹੈ ਕਿ ਬੋਲੋ ਇੰਡੀਆ ਪੂਰੀ ਤਰ੍ਹਾਂ ਮੇਡ ਇਨ ਇੰਡੀਆ ਐਪ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਿੱਤਰੋ ਨੂੰ ਦੇਸੀ ਟਿਕਟੌਕ ਦੀ ਤਰਜ਼ ਤੇ ਪ੍ਰਚਾਰਿਤ ਕੀਤਾ ਗਿਆ ਸੀ, ਪਰ ਉਸ ਦਾ ਪਾਕਿਸਤਾਨੀ ਕਨੈਕਸ਼ਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੋਲੋ ਇੰਡੀਆ ਦੇ ਫਾਊਂਡਰ ਵਰੁਣ ਸਕਸੇਨਾ ਨੇ ਕਿਹਾ ਕਿ ਇਹ ਪੀਐਮ ਮੋਦੀ ਦੇ ਵੋਕਲ ਫॉर ਲੋਕਲ ਮੁਹਿੰਮ ਦਾ ਇੱਕ ਜਿਉਂਦੀ ਜਾਗਦੀ ਉਦਾਹਰਨ ਹੈ। ਕੰਪਨੀ ਅਨੁਸਾਰ 12 ਮਹੀਨੇ ਪਹਿਲਾਂ ਜਦੋਂ ਬੋਲੋ ਇੰਡੀਆ ਲਾਂਚ ਹੋਇਆ ਸੀ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਪਲੇਟਫਾਰਮ ਤੇ ਕਰੀਬ 80 ਲੱਖ ਵੀਡੀਓ ਬਣਾਈਆਂ ਜਾ ਚੁੱਕੀਆਂ ਹਨ। ਇਹ ਐਪ 10 ਭਾਰਤੀ ਭਾਸ਼ਾਵਾਂ 'ਚ ਉਪਲਬਧ ਹੈ। ਬੋਲੋ ਇੰਡੀਆ ਐਪ ਨੂੰ ਮੁੰਬਈ ਬੇਸਡ ਸਟਾਰਟਅਪ ਨੇ ਵਿਕਸਿਤ ਕੀਤਾ ਹੈ। ਟਿਕਟੌਕ ਸਤੰਬਰ 2016 'ਚ ਚੀਨ 'ਚ ਲਾਂਚ ਹੋਇਆ ਸੀ। ਇਸ ਤੋਂ ਬਾਅਦ ਸਾਲ 2017 'ਚ ਇਸ ਨੂੰ ਭਾਰਤ ਵਿੱਚ ਵੀ ਲਾਂਚ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਟਿਕਟੌਕ ਦੇ ਕਰੀਬ 800 ਮਿਲੀਅਨ ਐਕਟਿਵ ਯੂਜ਼ਰ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਾਲ 2019 'ਚ ਟਿਕਟੌਕ ਦੇ 227 ਮਿਲੀਅਨ ਡਾਊਨਲੋਡਰ ਹੋਏ। ਟਿਕਟੌਕ ਐਪ ਤੇ ਇੱਕ ਦਿਨ 'ਚ ਲੋਕ ਔਸਤਨ 52 ਮਿੰਟ ਬਿਤਾਉਂਦੇ ਹਨ। ਦੋਸਤੋ, ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਨਵੀਆਂ ਤੇ ਤਾਜ਼ਾ ਖਬਰਾਂ ਨੂੰ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।